ਸ੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ। ਮੁਕਾਮ ਕਰ ਬੈਸਣਾ ਨਿਤ ਚੱਲਣੇ ਕੀ ਤੋਖ। ਦੁਨੀਆ ਨੂੰ ਆਪਣੇ ਰਹਿਣ ਲਈ ਪੱਕਾ ਟਿਕਾਣਾ ਸਮਝ ਕੇ ਘਰ ਵਿੱਚ ਬੈਠ ਜਾਣਾ ਵੀ ਮਨੁੱਖ ਨੂੰ ਮੌਤ ਵੱਲੋਂ ਬੇਫਿਕਰ ਨਹੀਂ ਕਰ ਸਕਦਾ, ਕਿਉਂਕਿ ਇੱਥੋਂ ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ। ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਿਸ਼ਚਲ ਲੋਕ। ਜਗਤ ਵਿੱਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਵੀ ਸਦਾ ਕਾਇਮ ਰਹਿਣ ਵਾਲਾ ਹੋਵੇ, ਪਰ ਇਹ ਤਾਂ ਸਭ ਕੁਝ ਹੀ ਨਾਸ਼ਵੰਤ ਹੈ। ਦੁਨੀਆ ਕੈਸ ਮੁਕਾਮੀ। ਹੇ ਭਾਈ, ਇਹ ਜਗਤ ਜੀਵਾਂ ਵਾਸਤੇ ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ। ਕਰ ਸਿਦਕ ਕਰਨੀ ਖਰਚ ਬਾਧੋ, ਲਾਗ ਰਹੋ ਨਾ ਮੈਂ। ਇਸ ਵਾਸਤੇ ਆਪਣੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਉੱਚੇ ਆਤਮਿਕ ਜੀਵਨ ਨੂੰ ਆਪਣੇ ਜੀਵਨ ਸਫਰ ਲਈ ਖਰਚ ਤਿਆਰ ਕਰਕੇ ਪਰਲੇ ਬੰਨ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਾਉ। ਜੋਗੀ ਤਾਂ ਆਸਨ ਕਰ ਬਹੇ, ਮੁੱਲਾਂ ਬਹੇ ਮੁਕਾਮ। ਜੋਗੀ ਆਸਨ ਜਮਾ ਕੇ ਬੈਠਦਾ ਹੈ, ਸਾਈਂ ਫਕੀਰ ਤਕੀਏ ਵਿੱਚ ਡੇਰਾ ਲਾਂਦਾ ਹੈ। ਪੰਡਤ ਵਖਾਣੇ ਪੋਥੀਆਂ, ਸਿੱਧ ਬਹੇ ਦੇਵ ਸਥਾਨ। ਪੰਡਤ ਧਰਮ ਸਥਾਨਾਂ ਵਿੱਚ ਬੈਠ ਕੇ ਧਰਮ ਪੋਥੀਆਂ ਹੋਰਨਾਂ ਨੂੰ ਸੁਣਾਉਂਦੇ ਹਨ। ਕਰਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿੱਚ ਬੈਠਦੇ ਹਨ, ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ। ਸੁਰ ਸਿੱਧ ਗਣ ਗੰਧਰਬ ਮੁਨ ਜਨ, ਸੇਖ ਪੀਰ ਸਲਾਰ। ਦੇਵਤੇ ਯੋਗ ਸਾਧਨ ਵਿੱਚ ਪੁੱਗੇ ਜੋਗੀ, ਸ਼ਿਵਜੀ ਦੇ ਉਪਾਸਕ, ਗਣ ਦੇਵਤਿਆਂ ਦੇ ਗਵਈਏ, ਸਮਾਧੀਆਂ ਵਿੱਚ ਚੁਪਟ ਕੇ ਰਹਿਣ ਵਾਲੇ ਮੁਨੀ ਜਨ, ਸੇਖ ਪੀਰ ਅਤੇ ਸਰਦਾਰ ਅਖਵਾਉਣ ਵਾਲੇ ਦਰ ਕੂਚ ਕੂਚਾ ਕਰ ਗਏ, ਅਵਰੇ ਪੀ ਚੱਲਣ ਹਾਰ। ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ। ਜਿਹੜੇ ਇਸ ਵੇਲੇ ਇੱਥੇ ਦਿਸਦੇ ਹਨ, ਇਹ ਵੀ ਸਾਰੇ ਇੱਥੋਂ ਚਲੇ ਜਾਣ ਵਾਲੇ ਹਨ। ਸੁਲਤਾਨ ਖਾਨ ਮਲੂਕ ਉਮਰੇ ਗਏ, ਕਰ ਕਰ ਕੂਚ। ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ ਆਪਣਾ ਆਪਣਾ ਡੇਰਾ ਕੂਚ ਕਰਕੇ ਚਲੇ ਗਏ। ਘੜੀ ਮੁਹਤ ਕੇ ਚੱਲਣਾ, ਦਿਲ ਸਮਝ ਤੂੰ ਵੀ ਪਹੁੰਚ। ਘੜੀ ਦੋ ਘੜੀਆਂ ਵਿੱਚ ਹਰੇਕ ਨੇ ਇੱਥੋਂ ਚਲੇ ਜਾਣਾ ਹੈ। ਹੇ ਮਨ, ਅਕਲ ਕਰ, ਗਾਫਿਲ ਨਾ ਹੋ, ਤੂੰ ਵੀ ਪਰਲੋਕ ਵਿੱਚ ਪਹੁੰਚ ਜਾਣਾ ਹੈ। ਸਬਦਾ ਮਾਨੇ ਵਖਾਣੀਏ, ਵਿਰਲਾ ਤਾ ਬੁਝੇ ਕੋਏ। ਨਾਨਕ ਵਖਾਣੇ ਬੇਨਤੀ, ਜਲ ਥਲ ਮਹੀਲ ਸੋਏ। ਨਾਨਕ ਬੇਨਤੀ ਕਰਦਾ ਹੈ, ਜ਼ੁਬਾਨੀ ਤਾਂ ਹਰ ਕੋਈ ਆਖਦਾ ਹੈ, ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ ਕਿ ਹਰੇਕ ਜੀਵ ਨੇ ਇੱਥੋਂ ਚਲੇ ਜਾਣਾ ਹੈ ਤੇ ਇੱਥੇ ਸਿਰਫ ਉਹੀ ਪਰਮਾਤਮਾ ਅਟਲ ਰਹਿਣ ਵਾਲਾ ਹੈ ਜੋ ਜਲ ਵਿੱਚ, ਧਰਤੀ ਵਿੱਚ, ਪੁਲਾੜ ਵਿੱਚ ਹਰ ਥਾਂ ਮੌਜੂਦ ਹੈ। ਅੱਲਾ ਅਲਖ ਅਗਮ, ਕਾਦਰ ਕਰਨ ਹਾਰ ਕਰੀਮ। ਸਭ ਦੁਨੀ ਆਵਨ ਜਾਵਣੀ, ਮੁਕਾਮ ਏਕ ਰਹੀਮ। ਸਾਰੀ ਦੁਨੀਆ ਆਵਨ ਜਾਵਨ ਵਾਲੀ ਹੈ, ਨਾਸ਼ਵੰਤ ਹੈ। ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਉਹ ਹੈ ਜੋ ਅੱਲਾ ਅਖਵਾਉਂਦਾ ਹੈ, ਜੋ ਅਲਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ,
ਤੇ ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ। ਮੁਕਾਮ ਤਿਸਨੂੰ ਆਖੀਏ ਜਿਸ ਸਿਰ ਨਾ ਹੋਈ ਲੇਖ। ਸਦਾ ਕਾਇਮ ਰਹਿਣ ਵਾਲਾ ਸਿਰਫ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ। ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਇਹ ਆਕਾਸ਼, ਇਹ ਧਰਤੀ ਸਭ ਕੁਝ ਨਾਸ਼ਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟਲ ਹੈ। ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਕਾ ਲਖ ਪਲੋਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਹੇ ਨਾਨਕ, ਇਹ ਅਟਲ ਬਚਨ ਕਹਿ ਦੇ। ਦਿਨ ਅਤੇ ਸੂਰਜ ਨਾਸ਼ਵੰਤ ਹਨ, ਰਾਤ ਅਤੇ ਚੰਦਰਮਾ ਨਾਸ਼ਵੰਤ ਹਨ। ਇਹ ਦਿਸਦੇ ਲੱਖਾਂ ਹੀ ਤਾਰੇ ਵੀ ਨਾਸ ਹੋ ਜਾਣਗੇ। ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਪਰਮਾਤਮਾ ਹੀ ਹੈ। ਸ੍ਰੀ ਰਾਗ ਮਹਿਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ, ਇਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੈ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ। ਗੁਰੂ ਦੀ ਸ਼ਰਨ ਪਿਆ ਜਦੋਂ ਪਰਮਾਤਮਾ ਮਿਹਰ ਕਰਦਾ ਹੈ ਤਾਂ ਉਸ ਦੀ ਭਗਤੀ ਕੀਤੀ ਜਾ ਸਕਦੀ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਆਪੇ ਆਪ ਮਿਲਾਏ ਬੁਝੇ ਤਾਂ ਨਿਰਮਲ ਹੋਵੇ ਕੋਏ। ਜਦੋਂ ਕੋਈ ਮਨੁੱਖ ਗੁਰੂ ਦੇ ਆਪੇ ਵਿੱਚ ਆਪਣੇ ਆਪ ਨੂੰ ਮਿਲਾਣਾ ਸਿੱਖ ਲੈਂਦਾ ਹੈ ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਜਿਹੜਾ ਪਰਮਾਤਮਾ ਸਦਾ ਸਥਿਰ ਰਹਿਣ ਵਾਲਾ ਹੈ, ਜਿਸ ਦੀ ਸਿਫਤ ਸਲਾਹ ਦੀ ਬਾਣੀ ਸਦਾ ਅਟਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਿਲਾਪ ਹੋ ਜਾਂਦਾ ਹੈ। ਭਾਈ ਰੇ ਭਗਤ ਹੀਨ ਕਾਹੇ ਜਗ ਆਇਆ। ਹੀ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਰਿਹਾ, ਉਸ ਦਾ ਜਗਤ ਵਿੱਚ ਆਉਣਾ ਕਿਸ ਅਰਥ। ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਜਿਸਨੇ ਜਗਤ ਵਿੱਚ ਆ ਕੇ ਪੂਰੇ ਗੁਰੂ ਦਾ ਪੱਲਾ ਨਾ ਫੜਿਆ, ਉਸਨੇ ਆਪਣਾ ਜਨਮ ਵਿਅਰਥ ਗਵਾ ਲਿਆ। ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ। ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ। ਉਹ ਆਪ ਹੀ ਮਿਹਰ ਕਰਕੇ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ। ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ। ਨਹੀਂ ਤਾਂ ਇਹ ਜੀਵ ਜੰਤ ਵਿਚਾਰੇ ਕੀ ਹਨ, ਭਾਵ ਇਹਨਾਂ ਦੀ ਕੋਈ ਪਾਇਆ ਨਹੀਂ ਕਿ ਆਪਣੇ ਉਦਮ ਨਾਲ ਪ੍ਰਭੂ ਚਰਨਾਂ ਵਿੱਚ ਜੁੜ ਸਕਣ। ਆਪਣੇ ਕਿਸੇ ਅਜਿਹੇ ਉਦਮ ਦੀ ਬਾਬਤ ਕੋਈ ਜੀਵ ਕੀ ਆਖ ਕੇ ਕਿਸੇ ਨੂੰ ਸੁਣਾ ਸਕਦਾ ਹੈ। ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ। ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ, ਆਪ ਹੀ ਆਪਣੀ ਸੇਵਾ ਭਗਤੀ ਕਰਾਂਦਾ ਹੈ। ਦੇਖ ਕੁਟੁੰਬ ਮੋਹ ਲੁਬਾਨਾ ਚਲਦਿਆਂ ਨਾਲ ਨਾ ਜਾਈ। ਮਨੁੱਖ ਆਪਣੇ ਪਰਿਵਾਰ ਨੂੰ ਦੇਖ ਕੇ ਉਸ ਦੇ ਮੋਹ ਵਿੱਚ ਫਸ ਜਾਂਦਾ ਹੈ। ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ ਤੁਰਨ ਵੇਲੇ ਕਿਸੇ ਨੇ ਉਸ ਦੇ ਨਾਲ ਨਹੀਂ ਜਾਣਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਲੱਭ ਲਿਆ, ਉਸ ਦੀ ਸੋਭਾ ਦਾ ਮੁੱਲ ਨਹੀਂ ਪੈ ਸਕਦਾ। ਪ੍ਰਭ ਸਖਾ
ਹਰ ਜੀਉ ਮੇਰਾ ਅੰਤੇ ਹੋਏ ਸਖਾਈ। ਪਿਆਰਾ ਪ੍ਰਭੂ ਜੋ ਅਸਲ ਮਿੱਤਰ ਹੈ, ਅੰਤ ਵੇਲੇ ਜਦੋਂ ਹੋਰ ਸਭ ਸਾਕ ਅੰਗ ਸਾਥ ਛੱਡ ਦਿੰਦੇ ਹਨ, ਉਸ ਦਾ ਸਾਥੀ ਬਣਦਾ ਹੈ। ਪੀੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਇਸ ਪੇਕੇ ਘਰ ਵਿੱਚ, ਇਸ ਲੋਕ ਵਿੱਚ ਉਸ ਪਰਮਾਤਮਾ ਨੂੰ ਵਿਸਾਰ ਕੇ, ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇੱਜ਼ਤ ਗਵਾ ਲਈ ਹੈ। ਬਿਨ ਸਤਿਗੁਰ ਕੋ ਮੱਗ ਨਾ ਜਾਣੇ, ਅੰਧੇ ਠੌਰ ਨਾ ਕਾਈ। ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਮਨੁੱਖ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ। ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਕਿਤੇ ਕੋਈ ਸਹਾਰਾ ਨਹੀਂ ਮਿਲਦਾ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛੁਤਾਈ। ਜਿਸ ਮਨੁੱਖ ਦੇ ਮਨ ਵਿੱਚ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਨਹੀਂ ਵਸਦਾ, ਉਹ ਅੰਤ ਵੇਲੇ ਇੱਥੋਂ ਪਛਤਾਉਂਦਾ ਜਾਂਦਾ ਹੈ। ਪੀੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ। ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿੱਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿੱਚ ਵਸਾਇਆ ਹੈ। ਅਨ ਦਿਨ ਭਗਤ ਕਰੈ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ। ਉਹ ਆਪਣੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ। ਜਿਸ ਸਿਉ ਰਾਤਾ ਤੈਸੋ ਹੋਵੇ, ਸੱਚੇ ਸੱਚ ਸਮਾਇਆ। ਇਹ ਇੱਕ ਕੁਦਰਤੀ ਨਿਯਮ ਹੈ ਕਿ ਜਿਹੜਾ ਮਨੁੱਖ ਜਿਸ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ, ਉਹ ਉਸੇ ਵਰਗਾ ਹੋ ਜਾਂਦਾ ਹੈ। ਸੋ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਰਤਾ ਹੋਇਆ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ। ਆਪੇ ਨਦਰ ਕਰੇ ਪਾਉ ਲਾਏ, ਗੁਰ ਸ਼ਬਦੀ ਵਿਚਾਰ। ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਸਤਿਗੁਰ ਸੇਵੀਏ ਸਹਿਜ ਉਪਜੇ, ਹਉਮੈ ਤ੍ਰਿਸ਼ਨਾ ਮਾਰ। ਸਤਿਗੁਰੂ ਦੀ ਸ਼ਰਨ ਪਿਆ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਹਰ ਗੁਣ ਦਾਤਾ ਸਦ ਮਨ ਵਸੇ, ਸੱਚ ਰੱਖਿਆ ਉਰ ਧਾਰ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿੱਚ ਵਸਦਾ ਹੈ। ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਪਿਆਰਾ ਪਰਮਾਤਮਾ ਸਦਾ ਹੀ ਪਵਿੱਤਰ ਸਰੂਪ ਰਹਿੰਦਾ ਹੈ। ਇਸ ਵਾਸਤੇ ਪਵਿੱਤਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਨਾਮ ਨਿਧਾਨ ਹਰ ਮਨ ਵਸੇ, ਹਉਮੈ ਦੁੱਖ ਸਭ ਜਾਏ। ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਜਿਸ ਮਨੁੱਖ ਦੇ ਮਨ ਵਿੱਚ ਵਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ। ਸਤਿਗੁਰ ਸ਼ਬਦ ਸੁਣਾਇਆ, ਹਉ ਸਦ ਬਲ ਹਾਰੇ ਜਾਓ। ਮੈਂ ਉਸ ਭਾਗਾਂ ਵਾਲੇ ਮਨੁੱਖ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾ ਦਿੱਤਾ ਹੈ। ਭਾਵ ਜਿਸ ਦੀ ਸੁਰਤ ਗੁਰੂ ਨੇ ਸਿਫਤ ਸਲਾਹ ਵਿੱਚ ਜੋੜ ਦਿੱਤੀ ਹੈ। ਆਪਣੇ ਮਨ ਚਿਤ ਕਹੇ ਕਹਾਵੇ, ਬਿਨ ਗੁਰ ਆਪ ਨਾ ਜਾਈ। ਬੇਸ਼ੱਕ ਕੋਈ ਮਨੁੱਖ ਆਪਣੇ ਮਨ ਵਿੱਚ, ਆਪਣੇ ਚਿੱਤ ਵਿੱਚ ਇਹ ਆਖੇ ਕਿ ਮੈਂ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਵੀ ਇਹ ਅਖਵਾ ਲਏ
ਕਿ ਇਸਨੇ ਆਪਾ ਭਾਵ ਦੂਰ ਕਰ ਲਿਆ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਆਪਾ ਭਾਵ ਦੂਰ ਨਹੀਂ ਹੁੰਦਾ। ਹਰ ਜੀਓ ਭਗਤ ਵਸ਼ਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ। ਪਰਮਾਤਮਾ ਆਪਣੀ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਜੀਵਾਂ ਨੂੰ ਸਾਰੇ ਸੁਖ ਦੇਣ ਵਾਲਾ ਹੈ। ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ, ਉਹ ਹੀ ਉਸ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮਤਿ ਦੇ ਵਡਿਆਈ। ਹੇ ਨਾਨਕ, ਪਰਮਾਤਮਾ ਜੀਵ ਨੂੰ ਗੁਰੂ ਦੀ ਸ਼ਰਨ ਪਾ ਕੇ ਆਪ ਹੀ ਸਿਫਤਸਲਾਹ ਵਾਲੀ ਸੁਰਤ ਬਖਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ ਲੋਕ ਪਰਲੋਕ ਵਿੱਚ ਸੋਭਾ ਤੇ ਵਡਿਆਈ ਦਿੰਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਹਉਮੈ ਕਰਮ ਕਮਾਵਦੇ, ਜਮ ਡੰਡ ਲੱਗੇ ਤਿਨ ਆਏ। ਜਿਹੜੇ ਮਨੁੱਖ ਕੋਈ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹਨ ਤੇ ਇਹ ਹਉਮੈ ਵੀ ਕਰਦੇ ਹਨ ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ, ਉਹਨਾਂ ਦੇ ਸਿਰ ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ। ਜੇ ਸਤਿਗੁਰ ਸੇਵਨ ਸੇ ਉਬਰੇ, ਹਰ ਸੇਤੀ ਲਿਵ ਲਾਏ। ਪਰ ਜਿਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਮਾਰ ਤੋਂ ਬਚ ਜਾਂਦੇ ਹਨ। ਮਨ ਰੇ ਗੁਰਮੁਖ ਨਾਮ ਧਿਆਏ। ਹੇ ਮੇਰੇ ਮਨ, ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ। ਤੁਰ ਪੂਰਬ ਕਰਤੇ ਲਿਖਿਆ, ਤਿਨਾ ਗੁਰਮਤਿ ਨਾਮ ਸਮਾਏ। ਨਾਮ ਬੜੀ ਦੁਰਲਭ ਦਾਤ ਹੈ। ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ ਪ੍ਰਭੂ ਨਾਮ ਵਿੱਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਤੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ। ਰਹਾਉ ਵਿਨ ਸਤਿਗੁਰ ਪ੍ਰਤੀਤ ਨਾ ਆਵਈ, ਨਾਮ ਨਾ ਲੱਗੋ ਪਾਉ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਪੈਦਾ ਨਹੀਂ ਹੁੰਦੀ, ਨਾ ਪਰਮਾਤਮਾ ਦੇ ਨਾਮ ਵਿੱਚ ਉਸ ਦਾ ਪਿਆਰ ਬਣਦਾ ਹੈ। ਸੁਪਨੇ ਸੁਖ ਨਾ ਪਾਵਈ, ਦੁੱਖ ਮੈਂ ਸਵੇ ਸਮਾਏ। ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿੱਚ ਹੀ ਘਿਰਿਆ ਰਹਿੰਦਾ ਹੈ। ਜੇ ਹਰ ਹਰ ਕੀਚੇ ਬਹੁਤ ਲੋਚੀਐ, ਕਿਰਤ ਨਾ ਮੇਟਿਆ ਜਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ ਜੇ ਇਹ ਬੜੀ ਤਾਂਘ ਵੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ, ਤਾਂ ਵੀ ਇਸ ਤਾਂਘ ਤੇ ਪ੍ਰੇਰਨਾ ਵਿੱਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ। ਹਰ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰ ਥਾਏ। ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪ੍ਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ। ਗੁਰ ਸ਼ਬਦ ਦੜਾਏ ਰੰਗ ਸਿਉ, ਬਿਨ ਕਿਰਪਾ ਲਿਆ ਨ ਜਾਏ। ਗੁਰੂ ਪ੍ਰੇਮ ਨਾਲ ਆਪਣਾ ਸ਼ਬਦ ਸ਼ਰਨ ਆਏ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ, ਪਰ ਗੁਰੂ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਜੇ ਸੋ ਅੰਮ੍ਰਿਤ ਨੀਰੀਐ, ਪੀ ਬਿਖ ਫਲ ਲਾਗੇ ਤਾਏ। ਗੁਰੂ ਤੋਂ ਬੇਮੁਖ ਮਨੁੱਖ ਮਾਨੋ ਇੱਕ ਐਸਾ ਰੁੱਖ ਹੈ ਕਿ ਜੇ ਉਸ ਨੂੰ 100 ਵਾਰੀ ਵੀ ਅੰਮ੍ਰਿਤ ਸਿੰਜੀਏ ਤਾਂ ਵੀ ਉਸ ਨੂੰ ਜ਼ਹਿਰ ਦਾ ਫਲ ਹੀ ਛੇਤੀ ਲੱਗਦਾ ਹੈ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਉਹੀ ਮਨੁੱਖ ਸਦਾ ਲਈ ਪਵਿੱਤਰ ਜੀਵਨ ਵਾਲੇ ਰਹਿੰਦੇ ਹਨ
ਜਿਨ੍ਹਾਂ ਦਾ ਗੁਰੂ ਨਾਲ ਪਿਆਰ ਟਿਕਿਆ ਰਹਿੰਦਾ ਹੈ। ਸਤਿਗੁਰ ਕਾ ਭਾਣਾ ਕਮਾਵਦੇ, ਬਿਖ ਹਉਮੈ ਤਜ ਵਿਕਾਰ। ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਿਰ, ਹਉਮੈ ਦਾ ਵਿਕਾਰ ਦੂਰ ਕਰਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਉਂਦੇ ਹਨ। ਮਨ ਹਠ ਕਿਤੇ ਉਪਾਏ ਨਾ ਛੁਟੀਐ, ਸਿਮਰਤ ਸ਼ਾਸਤਰ ਸੁਧ ਹੋ ਜਾਏ। ਹੇ ਭਾਈ, ਬੇਸ਼ੱਕ ਤੁਸੀਂ ਸ਼ਾਸਤਰਾਂ, ਸਿਮਰਤੀਆਂ ਆਦਿਕ ਧਰਮ ਪੁਸਤਕਾਂ ਨੂੰ ਗੌਰ ਨਾਲ ਪੜ੍ਹ ਕੇ ਵੇਖ ਲਵੋ। ਆਪਣੇ ਮਨ ਦੇ ਹੱਠ ਨਾਲ ਕੀਤੇ ਹੋਏ ਕਿਸੇ ਵੀ ਤਰੀਕੇ ਨਾਲ ਹਉਮੈ ਦੇ ਜ਼ਹਿਰ ਤੋਂ ਬਚ ਨਹੀਂ ਸਕੀਦਾ। ਮਿਲ ਸੰਗਤ ਸਾਧੂ ਉਬਰੇ, ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਮਨੁੱਖ ਹਉਮੈ ਦੇ ਵਿਕਾਰ ਤੋਂ ਬਚਦੇ ਹਨ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨਾ ਪਾਰਾਵਾਰ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ ਸਭ ਪਦਾਰਥਾਂ ਦਾ ਗੁਣਾਂ ਦਾ ਖਜ਼ਾਨਾ ਹੈ। ਗੁਰਮੁਖ ਸਈ ਸੋਂਦੇ, ਜਿਨ ਕਿਰਪਾ ਕਰੇ ਕਰਤਾਰ। ਗੁਰੂ ਦੀ ਸ਼ਰਨ ਪੈ ਕੇ ਉਹੀ ਮਨੁੱਖ ਇਹ ਖਜ਼ਾਨਾ ਹਾਸਲ ਕਰਦੇ ਹਨ ਤੇ ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ। ਨਾਨਕ ਦਾਤਾ ਏਕ ਹੈ, ਦੂਜਾ ਅਵਰ ਨ ਕੋਇ। हे ਨਾਨਕ, ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ, ਕੋਈ ਹੋਰ ਦੂਜਾ ਨਹੀਂ ਜੋ ਇਹ ਦਾਤ ਦੇ ਸਕੇ। ਗੁਰ ਪ੍ਰਸਾਦੀ ਪਾਈਏ, ਕਰਮ ਪ੍ਰਾਪਤ ਹੋਏ। ਪਰਮਾਤਮਾ ਦਾ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੇ ਗੁਰ ਪਾਏ। ਜਿਹੜਾ ਜੀਵ ਪੰਛੀ ਇਸ ਸਰੀਰ ਰੁੱਖ ਵਿੱਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸਦਾ ਸਿਰ ਪ੍ਰਭੂ ਦਾ ਨਾਮ ਚੋਗ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਹਰ ਰਸ ਪੀਵੇ ਸਹਿਜ ਰਹੇ, ਉੱਡੇ ਨਾ ਆਵੇ ਜਾਏ। ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਮਾਇਕ ਪਦਾਰਥਾਂ ਦੇ ਚੋਗੇ ਵੱਲ ਭਟਕਦਾ ਨਹੀਂ ਫਿਰਦਾ। ਇਸ ਵਾਸਤੇ ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਉਸ ਨੂੰ ਆਪਣੇ ਅਸਲ ਘਰ ਵਿੱਚ ਪ੍ਰਭੂ ਚਰਨਾਂ ਵਿੱਚ ਨਿਵਾਸ ਮਿਲਿਆ ਰਹਿੰਦਾ ਹੈ। ਉਹ ਸਦਾ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਮਨ ਰੇ ਗੁਰ ਕੀ ਕਾਰ ਕਮਾਏ। ਹੇ ਮੇਰੇ ਮਨ, ਗੁਰੂ ਦੀ ਦੱਸੀ ਕਾਰ ਕਰ। ਗੁਰ ਕੇ ਭਾਣੇ ਜੇ ਚੱਲੇ, ਤਾਂ ਅਨ ਦਿਨ ਰਾਚੇ ਹਰਨਾਏ। ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਂਗਾ ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇਗਾ। ਰਹਾਉ। ਪੰਖੀ ਬਿਰਖ ਸੁਹਾਵੜੇ, ਊਡੇ ਚਹੁੰ ਦਿਸ ਜਾਏ। ਜਿਹੜੇ ਜੀਵ ਪੰਛੀ ਆਪੋ ਆਪਣੇ ਸਰੀਰ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ, ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ। ਜੇਤਾ ਉਡੈ ਦੁੱਖ ਕਣੇ, ਨਿਤ ਦਾਜੈ ਤੇ ਬਿਲ ਲਾਏ। ਉਹ ਜਿਤਨਾ ਵੀ ਚੋਗੇ ਪਿੱਛੇ ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਚਦੇ ਹਨ ਤੇ ਵਿਲਕਦੇ ਹਨ। ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਹੇ।
ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਦਿਸਦਾ ਨਹੀਂ, ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਸਕਦੇ ਹਨ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੇ ਸਹਿਜ ਸੁਭਾਏ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਹ ਮਨ ਨੂੰ ਇੱਕ ਹਰਾ ਭਰਾ ਰੁੱਖ ਹੈ। ਉਹ ਵਡਭਾਗੀ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ। ਸਾਖਾਂ ਤੀਨ ਨਿਵਾਰੀਆਂ, ਏਕ ਸ਼ਬਦ ਲਿਵ ਲਾਏ। ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਮਾਇਆ ਦੇ 3 ਰੂਪ 3 ਟਹਿਣੀਆਂ ਉਸਨੇ ਦੂਰ ਕਰ ਲਈਆਂ ਹਨ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖੁਆਏ। ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਹੈ। ਪ੍ਰਭੂ ਮਿਹਰ ਕਰਕੇ ਆਪ ਹੀ ਉਸ ਨੂੰ ਇਹ ਫਲ ਚਖਾ ਦਿੰਦਾ ਹੈ। ਮਨ ਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਉ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਨੋ ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ। ਉਹਨਾਂ ਨੂੰ ਨਾ ਹੀ ਫਲ ਲੱਗਦਾ ਹੈ, ਨਾ ਹੀ ਉਹਨਾਂ ਦੀ ਛਾਂ ਹੁੰਦੀ ਹੈ। ਭਾਵ ਨਾ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ ਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ। ਤਿੰਨਾਂ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਿਰਾਊ। ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ। ਉਹਨਾਂ ਦਾ ਕੋਈ ਘਰ ਘਾਟ ਨਹੀਂ ਹੈ। ਉਹਨਾਂ ਨੂੰ ਕੋਈ ਆਤਮਿਕ ਸਹਾਰਾ ਨਹੀਂ ਮਿਲਦਾ। ਕੱਟੀਏ ਤੈ ਨਿਤ ਜਾਲੀਏ, ਉਹਨਾਂ ਸ਼ਬਦ ਨਾ ਨਾਊ। ਉਹ ਮਨੁੱਖ ਰੁੱਖ ਸਦਾ ਕੱਟੀ ਦੇ ਹਨ ਤੇ ਸਾੜੀ ਦੇ ਹਨ। ਭਾਵ ਮਾਇਆ ਦੇ ਮੋਹ ਦੇ ਕਾਰਨ ਉਹ ਨਿਤ ਦੁਖੀ ਰਹਿੰਦੇ ਹਨ। ਉਹਨਾਂ ਪਾਸ ਨਾ ਪ੍ਰਭੂ ਦੀ ਸਿਫਤ ਸਲਾਹ ਹੈ, ਨਾ ਪ੍ਰਭੂ ਦਾ ਨਾਮ ਹੈ। ਹੁਕਮੇ ਕਰਮ ਕਮਾਵਣੇ, ਪਿਆ ਕਿਰਤ ਫਿਰਾਊ। ਪਰ ਹੇ ਪ੍ਰਭੂ, ਜੀਵਾਂ ਦੇ ਕੀ ਵਸ। ਤੇਰੇ ਹੁਕਮ ਵਿੱਚ ਹੀ ਜੀਵ ਕਰਮ ਕਮਾਉਂਦੇ ਹਨ। ਤੇਰੇ ਹੁਕਮ ਵਿੱਚ ਹੀ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ। ਹੁਕਮੇ ਦਰਸ਼ਨ ਦੇਖਣਾ, ਜਹ ਭੇਜੈ ਤਹ ਜਾਊ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਜਿੱਧਰ ਤੂੰ ਭੇਜਦਾ ਹੈ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ। ਹੁਕਮੇ ਹਰ ਹਰ ਮਨ ਵਸੇ, ਹੁਕਮੇ ਸੱਚ ਸਮਾਊ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿੱਚ ਤੇਰਾ ਨਾਮ ਵਸਦਾ ਹੈ। ਤੇਰੇ ਹੁਕਮ ਵਿੱਚ ਹੀ ਤੇਰੇ ਸਦਾ ਸਥਿਰ ਸਰੂਪ ਵਿੱਚ ਉਹਨਾਂ ਦੀ ਲੀਨਤਾ ਹੁੰਦੀ ਹੈ। ਹੁਕਮ ਨਾ ਜਾਣੇ ਬਹੁਪੜੇ, ਭੂਲੇ ਫਿਰੇ ਗੁਵਾਰ। ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ। ਉਹ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਮਨ ਹੱਠ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ। ਉਹ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਹੱਠ ਨਾਲ ਕਈ ਕਿਸਮ ਦੇ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਵਿਕਾਰਾਂ ਵਿੱਚ ਫਸੇ ਹੋਏ ਸਦਾ ਖੁਆਰ ਹੁੰਦੇ ਰਹਿੰਦੇ ਹਨ। ਅੰਤਰ ਸ਼ਾਂਤ ਨਾ ਆਵਈ, ਨਾ ਸੱਚ ਲਗੇ ਪਿਆਰ। ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾ ਹੀ ਉਹਨਾਂ ਦਾ ਸਦਾ ਸਿਰ ਪ੍ਰਭੂ ਵਿੱਚ ਪਿਆਰ ਬਣਦਾ ਹੈ। ਗੁਰਮੁਖੀਆਂ ਮੂੰਹੋਂ ਸੋਹਣੇ, ਗੁਰ ਕੇ ਹੇਤ ਪਿਆਰ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਨਾਮ ਦੀ ਲਾਲਗੀ ਨਾਲ ਸੋਹਣੇ ਲੱਗਦੇ ਹਨ
ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ। ਸੱਚੀ ਭਗਤੀ ਸੱਚ ਰਤੇ, ਦਰ ਸੱਚੇ ਸਚਿਆਰ। ਉਹ ਪ੍ਰਭੂ ਦੀ ਸਦਾ ਸਥਿਰ ਰਹਿਣ ਵਾਲੀ ਭਗਤੀ ਕਰਦੇ ਹਨ। ਉਹ ਸਦਾ ਸਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਇਸ ਵਾਸਤੇ ਉਹ ਸਦਾ ਸਥਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ। ਆਏ ਸੇ ਪਰਵਾਨ ਹੈ, ਸਭ ਕੁਲ ਕਾ ਕਰੇ ਉਧਾਰ। ਉਹਨਾਂ ਬੰਦਿਆਂ ਦਾ ਹੀ ਜਗਤ ਵਿੱਚ ਆਉਣਾ ਕਬੂਲ ਹੈ। ਉਹ ਆਪਣੀ ਸਾਰੀ ਕੁਲ ਦਾ ਵੀ ਪਾਰ ਉਤਾਰਾ ਕਰ ਲੈਂਦੇ ਹਨ। ਸਭ ਨਦਰੀ ਕਰਮ ਕਮਾਉਂਦੇ, ਨਦਰੀ ਬਾਹਰ ਨਾ ਕੋਏ। ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ। ਸਾਰੇ ਜੀਅ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ। ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ, ਭਾਵ ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਜੈਸੀ ਨਦਰ ਕਰ ਦੇਖੇ ਸੱਚਾ, ਤੈਸਾ ਹੀ ਕੋ ਹੋਏ। ਸਦਾ ਸਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰਕੇ ਕਿਸੇ ਜੀਵ ਵੱਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ। ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ। ਹੇ ਨਾਨਕ, ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਵਿੱਚ ਜੁੜਦਾ ਹੈ, ਉਸ ਨੂੰ ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ ਉਸ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਗੁਰਮੁਖ ਨਾਮ ਧਿਆਈਏ, ਮਨ ਮੁਖ ਬੂਝ ਨਾ ਪਾਏ। ਗੁਰੂ ਦੀ ਸ਼ਰਨ ਪਿਆ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਆਪਣੇ ਮਨ ਦੇ ਪਿੱਛੇ ਤੁਰਿਆਂ ਸਿਮਰਨ ਦੀ ਸੂਝ ਨਹੀਂ ਪੈਂਦੀ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਲੋਕ ਪਰਲੋਕ ਵਿੱਚ ਸਦਾ ਸੁਰਖਰੂ ਰਹਿੰਦੇ ਹਨ। ਉਹਨਾਂ ਦੇ ਮਨ ਵਿੱਚ ਪਰਮਾਤਮਾ ਆ ਵਸਦਾ ਹੈ ਤੇ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਬਣ ਜਾਂਦੀ ਹੈ। ਸਹਿਜੇ ਹੀ ਸੁਖ ਪਾਈਏ, ਸਹਿਜੇ ਰਹੇ ਸਮਾਏ। ਆਤਮਿਕ ਅਡੋਲਤਾ ਦੀ ਰਾਹੀਂ ਹੀ ਆਤਮਿਕ ਆਨੰਦ ਮਿਲਦਾ ਹੈ। ਗੁਰੂ ਦੀ ਸ਼ਰਨ ਪਿਆ ਮਨੁੱਖ ਸਦਾ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਭਾਈ ਰੇ ਦਾਸਨ ਦਾਸਾ ਹੋਏ। ਹੇ ਭਾਈ, ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਵੇ ਕੋਏ। ਇਹੀ ਹੈ ਗੁਰੂ ਦੀ ਦੱਸੀ ਸੇਵਾ, ਇਹ ਹੈ ਗੁਰੂ ਦੀ ਦੱਸੀ ਭਗਤੀ। ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦੀ ਹੈ। ਰਹਾਉ ਸਦਾ ਸੁਹਾਗ ਸੁਹਾਗਣੀ, ਜੇ ਚੱਲੇ ਸਤਿਗੁਰ ਪਾਏ। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਾਹ 'ਤੇ ਤੁਰਦੀਆਂ ਹਨ, ਉਹ ਪਰਮਾਤਮਾ ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ। ਉਹਨਾਂ ਦੀ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ। ਸਦਾ ਪਿਰ ਨਿਹਚਲ ਪਾਈਏ, ਨਾ ਉਹ ਮਰੇ ਨਾ ਜਾਏ। ਗੁਰੂ ਦੀ ਸ਼ਰਨ ਪਿਆ ਉਹ ਪਤੀ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਅਟਲ ਹੈ, ਜੋ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ। ਸ਼ਬਦ ਮਿਲੀ ਤਾਂ ਵਿਛੜੇ, ਫਿਰ ਕੇ ਅੰਕ ਸਮਾਏ। ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿੱਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿਛੜਦੀ ਨਹੀਂ। ਉਹ ਸਦਾ ਪ੍ਰਭੂ ਪਤੀ ਦੀ ਗੋਦ ਵਿੱਚ ਸਮਾਈ ਰਹਿੰਦੀ ਹੈ। ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਪਰਮਾਤਮਾ ਪਵਿੱਤਰ ਸਰੂਪ ਹੈ, ਬਹੁਤ ਹੀ ਪਵਿੱਤਰ ਸਰੂਪ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਉਸ ਨਾਲ ਮਿਲਾਪ ਨਹੀਂ ਹੋ ਸਕਦਾ। ਪਾਠ ਪੜ੍ਹੇ ਨਾ ਬੁਝਈ, ਭੇਖੀ ਭਰਮ ਭੁਲਾਏ। ਜਿਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਹ ਇਸ ਭੇਤ ਨੂੰ ਨਹੀਂ ਸਮਝਦਾ। ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ।
ਗੁਰਮਤਿ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਗੁਰੂ ਦੀ ਮੱਤ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ ਤੇ ਮਨੁੱਖ ਦੀ ਜੀਭ ਵਿੱਚ ਪਰਮਾਤਮਾ ਦੇ ਨਾਮ ਦਾ ਸਵਾਦ ਟਿਕਿਆ ਰਹਿੰਦਾ ਹੈ। ਮਾਇਆ ਮੋਹ ਚੁਕਾਇਆ, ਗੁਰਮਤੀ ਸਹਿਜ ਸੁਭਾਏ। ਜਿਹੜਾ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦਾ ਹੈ, ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਮੁਕਾ ਲੈਂਦਾ ਹੈ। ਉਹ ਆਤਮਿਕ ਡੋਲਤਾ ਵਿੱਚ ਟਿਕ ਜਾਂਦਾ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ। ਬਿਨ ਸ਼ਬਦੇ ਜਗ ਦੁਖੀਆ ਫਿਰੇ, ਮਨ ਮੁੱਖਾਂ ਨੂੰ ਗਈ ਖਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਜਗਤ ਮਾਇਆ ਦੇ ਮੋਹ ਦੇ ਕਾਰਨ ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ। ਸ਼ਬਦੇ ਨਾਮ ਧਿਆਈਐ, ਸ਼ਬਦੇ ਸੱਚ ਸਮਾਏ। ਹੇ ਭਾਈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ ਸਥਿਰ ਪ੍ਰਭੂ ਵਿੱਚ ਲੀਨ ਰਹਿ ਸਕੀਦਾ ਹੈ। ਮਾਇਆ ਭੂਲੇ ਸਿੱਧ ਫਿਰੇ, ਸਮਾਦ ਨਾ ਲਗੇ ਸੁਭਾਏ। ਸਧਾਰਨ ਬੰਦੇ ਤਾਂ ਕਿਤੇ ਰਹੇ, ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਵੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਰਹਿੰਦੇ ਹਨ। ਪ੍ਰਭੂ ਪ੍ਰੇਮ ਵਿੱਚ ਉਹਨਾਂ ਦੀ ਸੁਰਤ ਨਹੀਂ ਜੁੜਦੀ। ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ। ਇਹ ਮਾਇਆ ਤਿੰਨਾਂ ਭਵਨਾਂ ਵਿੱਚ ਹੀ ਪਸਰੀ ਹੋਈ ਹੈ, ਸਭ ਜੀਵਾਂ ਨੂੰ ਹੀ ਚੰਬੜੀ ਹੋਈ ਹੈ। ਬਿਨ ਗੁਰ ਮੁਕਤ ਨਾ ਪਾਈਏ, ਨਾ ਦੁਬਦਾ ਮਾਇਆ ਜਾਏ। ਹੇ ਭਾਈ, ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ। ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਵੀ ਦੂਰ ਨਹੀਂ ਹੁੰਦਾ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ। ਜੇ ਪੁੱਛੋ ਕਿ ਮਾਇਆ ਕਿਸ ਚੀਜ਼ ਦਾ ਨਾਮ ਹੈ, ਮਾਇਆ ਦਾ ਕੀ ਸਰੂਪ ਹੈ, ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ ਮਾਇਆ ਕਿਹੜੇ ਕੰਮ ਕਰਦੀ ਹੈ। ਦੁੱਖ ਸੁਖ ਇਹ ਜੀਓ ਬਦ ਹੈ, ਹਉਮੈ ਕਰਮ ਕਮਾਏ। ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁੱਖ ਦੀ ਨਿਵਰਤੀ ਵਿੱਚ ਤੇ ਸੁਖ ਦੀ ਲਾਲਸਾ ਵਿੱਚ ਬੱਝਾ ਰਹਿੰਦਾ ਹੈ ਤੇ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ ਦੀ ਪ੍ਰੇਰਨਾ ਵਿੱਚ ਹੀ ਸਾਰੇ ਕੰਮ ਕਰਦਾ ਹੈ। ਬਿਨ ਸ਼ਬਦੇ ਭਰਮ ਨ ਚੁੱਕਈ, ਨਾ ਵਿੱਚੋਂ ਹਉਮੈ ਜਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾ ਹੀ ਇਸ ਦੇ ਅੰਦਰੋਂ ਮੈਂ ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ। ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦੇ ਥਾਏ ਨਾ ਪਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਮਨੁੱਖ ਦੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਨਹੀਂ ਹੁੰਦੀ ਤੇ ਪ੍ਰੀਤ ਤੋਂ ਬਿਨਾਂ ਜੀਵ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਪਰਮਾਤਮਾ ਦਾ ਦਰ ਤੇ ਜੀਵ ਕਬੂਲ ਨਹੀਂ ਹੁੰਦਾ। ਸ਼ਬਦੇ ਹਉਮੈ ਮਾਰੀਏ, ਮਾਇਆ ਕਾ ਭਰਮ ਜਾਏ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਮਨ ਵਿੱਚੋਂ ਮਾਰੀ ਜਾ ਸਕਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਗੁਰੂ ਦੀ ਸ਼ਰਨ ਪਿਆਂ ਪਰਮਾਤਮਾ ਦਾ ਨਾਮ ਕੀਮਤੀ ਪਦਾਰਥ ਮਿਲਦਾ ਹੈ। ਆਤਮਿਕ ਅਡੋਲਤਾ ਵਿੱਚ ਤੇ ਪ੍ਰਭੂ ਪ੍ਰੇਮ ਵਿੱਚ ਸਮਾਈ ਹੁੰਦੀ ਹੈ। ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ। ਗੁਰੂ ਦੀ ਸ਼ਰਨ ਤੋਂ ਬਿਨਾਂ ਉੱਚੇ ਆਤਮਿਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ ਤੇ ਆਤਮਿਕ ਜੀਵਨ ਵਾਲੇ ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਗੁਰੂ ਦੇ ਸ਼ਬਦ ਦੀ ਰਾਹੀਂ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ
ਮਨੁੱਖ ਦੇ ਮਨ ਵਿੱਚ ਵਸਦਾ ਹੈ। ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਆਤਮਿਕ ਅਡੋਲਤਾ ਵਿੱਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ। ਨਾਨਕ ਸ਼ਬਦੇ ਹਰ ਸਲਾਹੀਏ, ਕਰਮ ਪ੍ਰਾਪਤ ਹੋਏ। ਹੇ ਨਾਨਕ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਪਰ ਇਹ ਦਾਤ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਸ੍ਰੀ ਰਾਗ ਮਹਿਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਭਰਮ ਭੁਲਾਏ। ਮੇਰੇ ਪ੍ਰਭੂ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ। ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿੱਚ ਪਾ ਕੇ ਕੁਰਾਹੇ ਪਾ ਦਿੰਦਾ ਹੈ। ਮਨ ਮੁਖ ਕਰਮ ਕਰੇ ਨਹੀਂ ਬੁਝੇ, ਬਿਰਥਾ ਜਨਮ ਗਵਾਏ। ਉਸ ਭਟਕਣਾ ਵਿੱਚ ਪਏ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਹਨ ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਜਿਹੜਾ ਵੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾਉਂਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਸਤਿਗੁਰੂ ਦੀ ਬਾਣੀ ਇਸ ਜਗਤ ਵਿੱਚ ਜੀਵਨ ਦੇ ਰਸਤੇ ਵਿੱਚ ਚਾਨਣ ਕਰਦੀ ਹੈ। ਇਹ ਬਾਣੀ ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਆ ਕੇ ਵਸਦੀ ਹੈ। ਮਨ ਰੇ ਨਾਮ ਜਪੋ ਸੁਖ ਹੋਏ। ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪ। ਨਾਮ ਜਪਣ ਨਾਲ ਹੀ ਆਤਮਿਕ ਆਨੰਦ ਮਿਲਦਾ ਹੈ। ਗੁਰ ਪੂਰਾ ਸਲਾਹੀਏ, ਸਹਿਜ ਮਿਲੇ ਪ੍ਰਭ ਸੋਏ। ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ। ਇਸ ਵਾਸਤੇ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸ਼ਰਨ ਪਿਆਂ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਦਾ ਹੈ ਤੇ ਮਨੁੱਖ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ। ਰਹਾਉ ਪਰਮ ਗਿਆ ਪਾਉ ਭਾਗਿਆ, ਹਰ ਚਰਨੀ ਚਿਤ ਲਾਏ। ਗੁਰੂ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। ਹਰੇਕ ਕਿਸਮ ਦਾ ਡਰ ਨੱਸ ਜਾਂਦਾ ਹੈ। ਗੁਰਮੁਖ ਸ਼ਬਦ ਕਮਾਈਏ, ਹਰ ਵਸੇ ਮਨ ਆਏ। ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ ਸ਼ਬਦ ਕਮਾਉਣਾ ਚਾਹੀਦਾ ਹੈ। ਭਾਵ ਸ਼ਬਦ ਅਨੁਸਾਰ ਜੀਵਨ ਬਿਤਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਪਰਮਾਤਮਾ ਮਨ ਵਿੱਚ ਆ ਵਸਦਾ ਹੈ। ਘਰ ਮਹਿਲ ਸੱਚ ਸਮਾਈਏ, ਜਮ ਕਾਲ ਨਾ ਸਕੇ ਖਾਏ। ਅੰਤਰ ਆਤਮੇ ਟਿਕ ਜਾਈਦਾ ਹੈ। ਪ੍ਰਭੂ ਚਰਨਾਂ ਵਿੱਚ ਸਦਾ ਸਥਿਰ ਪਰਮਾਤਮਾ ਵਿੱਚ ਲੀਨ ਰਹਿ ਸਕੀਦਾ ਹੈ ਤੇ ਆਤਮਿਕ ਮੌਤ ਸੁਚੱਜੇ ਜੀਵਨ ਨੂੰ ਖਾ ਨਹੀਂ ਸਕਦੀ। ਨਾਮਾ ਸ਼ੀਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਵੇਖੋ, ਨਾਮਦੇਵ ਜਾਤ ਦਾ ਸ਼ੀਂਬਾ ਸੀ, ਕਬੀਰ ਜੁਲਾਹਾ ਸੀ। ਉਹਨਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕੀਤੀ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹਉਮੈ ਜਾਤ ਗਵਾਈ। ਉਹ ਪਰਮਾਤਮਾ ਦੇ ਨਾਲ ਸਾਂਝ ਪਾਉਣ ਵਾਲੇ ਬਣ ਗਏ। ਉਹਨਾਂ ਪ੍ਰਭੂ ਦੀ ਸਿਫਤ ਨਾਲ ਡੂੰਘੀ ਸਾਂਝ ਪਾ ਲਈ ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ ਹਉਮੈ ਦਾ ਵੀ ਨਾਸ ਕਰ ਦਿੱਤਾ। ਸੁਰ ਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਮਿਟੇ ਭਾਈ। ਹੇ ਭਾਈ, ਹੁਣ ਦੇਵਤੇ ਤੇ ਮਨੁੱਖ ਉਹਨਾਂ ਦੀ ਉਚਾਰੀ ਹੋਈ ਬਾਣੀ ਗਾਉਂਦੇ ਹਨ। ਕੋਈ ਬੰਦਾ ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ। ਦੈਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੇ। ਹਰਨਾਕਸ਼ ਦੈਨ ਦਾ ਪੁੱਤਰ ਭਗਤ ਪ੍ਰਹਲਾਦ ਮਿਥੇ ਹੋਏ ਧਾਰਮਿਕ ਕਰਮ ਤੇ ਇੰਦਰੀਆਂ ਨੂੰ ਵਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ। ਉਹ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇਵਤੇ ਆਦਿਕ ਨਾਲ ਪਿਆਰ ਕਰਨਾ ਨਹੀਂ ਸੀ ਜਾਣਦਾ।
ਸਤਿਗੁਰ ਭੇਟੀਐ ਨਿਰਮਲ ਹੋਆ, ਅਨ ਦਿਨ ਨਾਮ ਵਖਾਣੇ। ਪੂਰਾ ਗੁਰੂ ਮਿਲਣ ਦੀ ਬਰਕਤ ਨਾਲ ਉਹ ਪਵਿੱਤਰ ਜੀਵਨ ਵਾਲਾ ਹੋ ਗਿਆ। ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ। ਏਕੂ ਪੜ੍ਹੈ ਏਕੂ ਨਾਉ ਬੂਝੇ, ਦੂਜਾ ਅਵਰ ਨਾ ਜਾਣੇ। ਉਹ ਇੱਕ ਪਰਮਾਤਮਾ ਦੀ ਸਿਫਤ ਸਲਾਹ ਪੜ੍ਹਦਾ ਸੀ, ਇੱਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਜਾਣਦਾ। ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਜੋਗੀ ਹੋਣ ਸੰਨਿਆਸੀ ਹੋਣ, ਇਹ ਸਾਰੇ ਹੀ ਛੇ ਭੇਖਾਂ ਦੇ ਸਾਧ ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ, ਹਰ ਜੀਉ ਮਨ ਵਸਾਏ। ਜਦੋਂ ਇਹ ਗੁਰੂ ਦੀ ਸ਼ਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਕੇ ਉੱਚੀ ਆਤਮਿਕ ਅਵਸਥਾ ਤੇ ਸਹੀ ਜੀਵਨ ਜੁਗਤ ਪ੍ਰਾਪਤ ਕਰਦੇ ਹਨ। ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਜਿਸ ਮਨੁੱਖ ਦਾ ਚਿੱਤ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ। ਪੰਡਤ ਪੜ੍ਹ ਪੜ੍ਹ ਵਾਦ ਵਖਾਣੇ, ਬਿਨ ਗੁਰ ਭਰਮ ਭੁਲਾਏ। ਪੰਡਤ ਲੋਕ ਸ਼ਾਸਤਰ ਆਦਿਕ ਪੜ੍ਹ ਪੜ੍ਹ ਕੇ ਨਿਰੀ ਚਰਚਾ ਹੀ ਕਰਦੇ ਹਨ। ਉਹ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਲੱਖ 84 ਫੇਰ ਪਿਆ, ਬਿਨ ਸ਼ਬਦੇ ਮੁਕਤ ਨਾ ਪਾਏ। ਕੋਈ ਵੀ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਹਾਸਲ ਨਹੀਂ ਕਰ ਸਕਦਾ। ਗੁਰੂ ਦੀ ਸ਼ਰਨ ਤੋਂ ਬਿਨਾਂ 84 ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ। ਜਾਂ ਨਾਉ ਚੇਤੇ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਜਦੋਂ ਗੁਰੂ ਮਨੁੱਖ ਨੂੰ ਪ੍ਰਭੂ ਦੇ ਚਰਨਾਂ ਵਿੱਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਸਤ ਸੰਗਤ ਮੈਂ ਨਾਮ ਹਰ ਉਪਜੇ, ਜਾਂ ਸਤਿਗੁਰ ਮਿਲੇ ਸੁਭਾਏ। ਜਦੋਂ ਮਨੁੱਖ ਨੂੰ ਪਿਆਰ ਨਾਲ ਗੁਰੂ ਮਿਲਦਾ ਹੈ, ਗੁਰੂ ਦੀ ਕਿਰਪਾ ਨਾਲ ਸਤ ਸੰਗ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ। ਮਨ ਤਨ ਅਰਪੀ ਆਪ ਗਵਾਈ, ਚੱਲਾਂ ਸਤਿਗੁਰ ਪਾਏ। ਮੇਰੀ ਇਹੀ ਅਰਦਾਸ ਹੈ ਕਿ ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ। ਮੈਂ ਗੁਰੂ ਦੇ ਅੱਗੇ ਆਪਣਾ ਆਪ ਆਪਾ ਭਾਵ ਗਵਾ ਦਿਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਜੀਵਨ ਗੁਜ਼ਾਰਾਂ। ਸਦ ਬਲਹਾਰੀ ਗੁਰ ਆਪਣੇ ਵਿਟੋਂ, ਜੇ ਹਰ ਸੇਤੀ ਚਿਤ ਲਾਏ। ਜਿਹੜਾ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦਿੰਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ। ਉੱਚੀ ਜਾਤ ਦਾ ਮਾਨ ਵਿਅਰਥ ਹੈ। ਉਹੀ ਬ੍ਰਾਹਮਣ ਹੈ ਜਿਹੜਾ ਬ੍ਰਹਮ ਪ੍ਰਭੂ ਨੂੰ ਪਛਾਣਦਾ ਹੈ, ਜਿਹੜਾ ਪ੍ਰਭੂ ਦੇ ਪ੍ਰੇਮ ਵਿੱਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ। ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ। ਜਾਤ ਦਾ ਕੋਈ ਭਿੰਨ ਭੇਦ ਨਹੀਂ। ਪ੍ਰਭੂ ਸਭ ਸਰੀਰਾਂ ਵਿੱਚ ਸਭ ਜੀਵਾਂ ਦੇ ਨੇੜੇ ਵਸਦਾ ਹੈ, ਪਰ ਇਹ ਗੱਲ ਕੋਈ ਉਹ ਵਿਰਲਾ ਸਮਝਦਾ ਹੈ ਜੋ ਗੁਰੂ ਦੀ ਸ਼ਰਨ ਪਵੇ। ਨਾਨਕ ਨਾਮ ਮਿਲੇ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਹੇ ਨਾਨਕ, ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪ੍ਰਭੂ ਨਾਲ ਜਾਣ ਪਛਾਣ ਪੈਂਦੀ ਹੈ। ਪ੍ਰਭੂ ਦਾ ਨਾਮ ਮਿਲਦਾ ਹੈ ਤੇ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ। ਮਹਿਲਾ ਪਹਿਲਾ। ਸਭੇ ਕੰਤ ਮਹਿਲੀਆਂ, ਸਗਲੀਆਂ ਕਰੇ ਸਿਗਾਰ।
ਸਾਰੀਆਂ ਜੀਵ ਇਸਤਰੀਆਂ ਪ੍ਰਭੂ ਖਸਮ ਦੀਆਂ ਹੀ ਹਨ। ਸਾਰੀਆਂ ਹੀ ਉਸ ਨੂੰ ਪ੍ਰਸੰਨ ਕਰਨ ਲਈ ਸ਼ਿੰਗਾਰ ਕਰਦੀਆਂ ਹਨ। ਗਣਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ, ਪਰ ਜਿਹੜੀਆਂ ਆਪਣੇ ਸ਼ਿੰਗਾਰ ਦਾ ਵਿਖਾਵਾ ਮਾਣ ਕਰਦੀਆਂ ਹਨ, ਉਹਨਾਂ ਦਾ ਗੂੜਾ ਲਾਲ ਪਹਿਰਾਵਾ ਵੀ ਵਿਕਾਰ ਹੀ ਪੈਦਾ ਕਰਦਾ ਹੈ। ਪਖੰਡ ਪ੍ਰੇਮ ਨਾਮ ਪਾਈਏ, ਖੋਟਾ ਪਾਜ ਖੁਆਰ, ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ। ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ, ਇਹ ਖੋਟਾ ਵਿਖਾਵਾ ਖੁਆਰ ਹੀ ਕਰਦਾ ਹੈ। ਹਰ ਜੀਉ ਇਉਂ ਪਿਰ ਰਾਵੇ ਨਾਰ, ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ। ਹੇ ਪ੍ਰਭੂ ਜੀ, ਉਹੀ ਜੀਵ ਇਸਤਰੀਆਂ ਸੁਹਾਗ ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸਜੀਆਂ ਬਣਾ ਲੈਂਦਾ ਹੈ। ਇਹ ਸ਼ਰਧਾ ਧਾਰਿਆਂ ਪ੍ਰਭੂ ਪਤੀ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ। ਰਹਾਉ ਗੁਰ ਸ਼ਬਦੀ ਸਿਗਾਰੀਆਂ, ਤਨ ਮਨ ਫਿਰ ਕੇ ਪਾਸ। ਪਰ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਜੀਵਨ ਨੂੰ ਸੰਵਾਰਦੀਆਂ ਹਨ, ਜਿਸ ਦਾ ਸਰੀਰ ਖਸਮ ਪ੍ਰਭੂ ਦੇ ਹਵਾਲੇ ਹੈ, ਜਿਸ ਦਾ ਮਨ ਖਸਮ ਪ੍ਰਭੂ ਦੇ ਹਵਾਲੇ ਹੈ, ਭਾਵ ਜਿਸ ਦਾ ਮਨ ਤੇ ਜਿਸ ਦਾ ਗਿਆਨ ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ। ਦੋਇ ਕਰ ਜੋੜ ਖੜੀ ਤਕੇ, ਸੱਚ ਕਹੇ ਅਰਦਾਸ। ਜਿਹੜੀ ਦੋਵੇਂ ਹੱਥ ਜੋੜ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਪਤੀ ਦਾ ਆਸਰਾ ਹੀ ਤੱਕਦੀ ਹੈ, ਜਿਹੜੀ ਸਦਾ ਸਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ। ਲਾਲ ਰਤੀ ਸੱਚ ਪੈ ਵਸੀ, ਭਾਏ ਰਤੀ ਰੰਗ ਰਾਸ। ਉਹ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ। ਉਹ ਸਦਾ ਸਿਰ ਪ੍ਰਭੂ ਦੇ ਡਰ ਅਦਬ ਵਿੱਚ ਟਿਕੀ ਰਹਿੰਦੀ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਰਤੀ ਰਹਿੰਦੀ ਹੈ ਤੇ ਉਸ ਦੇ ਰੰਗ ਵਿੱਚ ਰਸੀ ਰਹਿੰਦੀ ਹੈ। ਪ੍ਰਿਆ ਕੀ ਚੇਰੀ ਕਾਂਡੀਐ, ਲਾਲੀ ਮਾਨੇ ਨਾਉ। ਜਿਹੜੀ ਪ੍ਰਭੂ ਚਰਨਾਂ ਦੀ ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ, ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੀ ਹੈ, ਉਹ ਪ੍ਰਭੂ ਪਤੀ ਦੀ ਦਾਸੀ ਆਖੀ ਜਾਂਦੀ ਹੈ। ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਊ। ਪ੍ਰਭੂ ਨਾਲ ਉਸ ਦੀ ਪ੍ਰੀਤ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ। ਸਦਾ ਸਿਰ ਪ੍ਰਭੂ ਦੀ ਸੰਗਤ ਵਿੱਚ, ਚਰਨਾਂ ਵਿੱਚ ਉਸ ਦਾ ਮਿਲਾਪ ਬਣਿਆ ਰਹਿੰਦਾ ਹੈ। ਸ਼ਬਦ ਰਤੀ ਮਨ ਵਿਦਿਆ, ਹਉ ਸਦਬਲ ਹਾਰੇ ਜਾਊ। ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪਰੋਤਾ ਰਹਿੰਦਾ ਹੈ। ਮੈਂ ਅਜਿਹੀ ਜੀਵ ਇਸਤਰੀ ਤੋਂ ਕੁਰਬਾਨ ਹਾਂ। ਸਾ ਤਨ ਰੰਡ ਨਾ ਬੈਸਈ, ਜੇ ਸਤਗੁਰ ਮਹੇ ਸਮਾਏ। ਜੇ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖੇ ਤਾਂ ਉਹ ਕਦੇ ਰੰਡੀ ਹੋ ਕੇ ਨਹੀਂ ਬੈਠਦੀ, ਭਾਵ ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ। ਪਿਰ ਰਿਸਾਲੂ ਨੌਤਣੂ, ਸਾਚੋ ਮਰੇ ਨ ਜਾਏ। ਫਿਰ ਉਹ ਖਸਮ ਵੀ ਐਸਾ ਹੈ ਜੋ ਆਨੰਦ ਦਾ ਸੋਮਾ ਹੈ, ਜਿਸ ਦਾ ਪਿਆਰ ਨਿਤ ਨਵਾਂ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਨਾ ਮਰਦਾ ਹੈ ਨਾ ਜੰਮਦਾ ਹੈ। ਨਿਤ ਰਵੇ ਸੁਹਾਗਣੀ, ਸਾਚੀ ਨਦਰ ਰਜਾਏ। ਉਹ ਆਪਣੀ ਸਦਾ ਥਿਰ ਮੇਰ ਦੀ ਨਜ਼ਰ ਨਾਲ ਆਪਣੀ ਰਜਾ ਅਨੁਸਾਰ ਸਦਾ ਉਸ ਸੁਹਾਗਣ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ।
ਸਾਚ ਧੜੀ ਤਨ ਮਾਂਡੀਐ, ਕਾਪੜ ਪ੍ਰੇਮ ਸਿਗਾਰ। ਜਿਹੜੀ ਜੀਵ ਇਸਤਰੀ ਸਦਾ ਸਿਰ ਪ੍ਰਭੂ ਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਉਂਦੀ ਹੈ, ਇਹ ਮਾਨੋ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕੇਸਾਂ ਦੀਆਂ ਪੱਟੀਆਂ ਸਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ ਸੋਹਣਾ ਕੱਪੜਾ ਤੇ ਗਹਿਣਿਆਂ ਦਾ ਸ਼ਿੰਗਾਰ ਬਣਾਉਂਦੀ ਹੈ। ਚੰਦਨ ਚੀਤ ਵਸਾਇਆ, ਮੰਦਰ 10ਵਾਂ ਦੁਆਰ। ਜਿਸਨੇ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਇਆ ਹੈ ਤੇ ਇਹ ਮਾਨੋ ਉਸ ਦੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਾਇਆ ਹੈ। ਜਿਸਨੇ ਆਪਣੇ 10ਵੇਂ ਦੁਆਰ ਦਿਮਾਗ, ਚਿੱਤ, ਆਕਾਸ਼ ਨੂੰ ਪਤੀ ਪ੍ਰਭੂ ਦੇ ਰਹਿਣ ਲਈ ਸੋਹਣਾ ਘਰ ਬਣਾਇਆ ਹੈ। ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ। ਜਿਸਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਨੂੰ ਹੁਲਾਰੇ ਵਿੱਚ ਲਿਆਂਦਾ ਹੈ ਤੇ ਇਹ ਮਾਨੋ ਉਸਨੇ ਹਿਰਦੇ ਵਿੱਚ ਦੀਵਾ ਜਗਾਇਆ ਹੈ। ਜਿਸਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ। ਜਿਸਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸਨੇ ਸਦਾ ਸਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਆਪਣੀ ਸੁਰਤ ਜੋੜ ਕੇ ਸੋਹਣੀ ਬਣਾ ਲਈ ਹੈ ਤੇ ਇਸੇ ਨੂੰ ਉਹ ਆਪਣੀ ਸੋਭਾ ਸਮਝਦੀ ਹੈ। ਉਹ ਜੀਵ ਇਸਤਰੀ ਹੋਰ ਜੀਵ ਇਸਤਰੀਆਂ ਵਿੱਚ ਮੰਨੀ ਪਰਮੰਨੀ ਸੋਹਣੀ ਹੈ। ਬਿਨ ਪਿਰ ਪੁਰਖ ਨਾ ਜਾਣੀ ਸਾਚੈ, ਗੁਰ ਕੈ ਹਿਤ ਅਪਾਰ। ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਵਿੱਚ ਹੀ ਰਹਿ ਕੇ ਸਦਾ ਸਥਿਰ ਸਰਬ ਵਿਆਪਕ ਪ੍ਰਭੂ ਪਤੀ ਤੋਂ ਬਿਨਾਂ ਹੋਰ ਕਿਸੇ ਨਾਲ ਜਾਣ ਪਛਾਣ ਨਹੀਂ ਪਾਉਂਦੀ। ਨਿਸ ਅੰਧਿਆਰੀ ਸੁਤੀਏ, ਕਿਉਂ ਪਿਰ ਬਿਨ ਰਹਿਣ ਵਿਹਾਏ। ਮਾਇਆ ਦੇ ਮੋਹ ਦੀ ਕਾਲੀ ਰਾਤ ਵਿੱਚ ਸੁੱਤੀ ਪਈ ਜੀਵ ਇਸਤਰੀਏ, ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ। ਅੰਕ ਜਲੋ ਤਨ ਜਲਿਓ, ਮਨ ਤਨ ਜਲ ਬਲ ਜਾਏ। ਸੜ ਜਾਵੇ ਉਹ ਹਿਰਦਾ ਤੇ ਉਹ ਸਰੀਰ ਜਿਸ ਵਿੱਚ ਪ੍ਰਭੂ ਦੀ ਯਾਦ ਨਹੀਂ। ਪ੍ਰਭੂ ਦੀ ਯਾਦ ਤੋਂ ਬਿਨਾਂ ਮਨ ਵਿਕਾਰਾਂ ਵਿੱਚ ਸੜ ਬਲ ਜਾਂਦਾ ਹੈ। ਮਾਇਆ ਤਨ ਵੀ ਵਿਅਰਥ ਹੀ ਜਾਂਦਾ ਹੈ। ਜਾਂ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਪਿਆਰ ਨਹੀਂ ਕੀਤਾ ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ। ਸੇਜੇ ਕੰਤ ਮਹਿਲੜੀ, ਸੂਤੀ ਬੂਝ ਨਾ ਪਾਏ। ਭਾਗਹੀਨ ਜੀਵ ਇਸਤਰੀ ਖਸਮ ਪ੍ਰਭੂ ਦੀ ਸਿਜ ਉੱਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ ਹਿਰਦੇ ਸਿਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ। ਹਉ ਸੁਤੀ ਪਿਰ ਜਾਗਨਾ, ਕਿਸ ਕੋ ਪੁੱਛੋਂ ਜਾਏ। हे ਪ੍ਰਭੂ ਪਤੀ, ਮੈਂ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵੀ ਸੁੱਤੀ ਰਹਿੰਦੀ ਹਾਂ। ਤੂੰ ਪਤੀ ਸੱਚਾ ਜਾਗਦਾ ਹੈ, ਤੈਨੂੰ ਮਾਇਆ ਵਿਆਪ ਨਹੀਂ ਸਕਦੀ। ਮੈਂ ਕਿਸ ਪਾਸੋਂ ਜਾ ਕੇ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿੱਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਹੇ ਨਾਨਕ, ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਪ੍ਰਭੂ ਦੇ ਚਰਨਾਂ ਵਿੱਚ ਮਿਲਾ ਲਿਆ, ਉਹ ਪਰਮਾਤਮਾ ਦੇ ਡਰ ਅਦਬ ਵਿੱਚ ਟਿਕੀ ਰਹਿੰਦੀ ਹੈ।
ਪ੍ਰੇਮ ਦਾ ਪਿਆਰ ਉਸ ਦਾ ਜੀਵਨ ਸਾਥੀ ਬਣ ਜਾਂਦਾ ਹੈ।